DGP ਅਫਸਰ ਜਿਹੜੇ ਹੁਣ ਗੌਰਵ ਯਾਦਵ DGP ਨੇ ਉਹਨਾਂ ਨੂੰ ਵੀ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਇਹ ਲੈਟਰ ਜਿਹੜੀ ਹੈਗੀ ਹੈ ਉਹਨਾਂ ਦੇ ਆਫਿਸ ਵਿੱਚ ਵੀ ਪਈ ਹੈ ਤੇ ਉਹਨਾਂ ਨੇ ਹੁਣ ਤੱਕ ਇਹਦੇ ਤੇ ਕੀ ਕਾਰਵਾਈ ਕੀਤੀ ਹੈ। ਤੇ ਹਾਈ ਕੋਰਟ ਜਿਹੜੀ ਹੈ ਮਿਹਰਬਾਨੀ ਕਰੇ ਆਪਣੀ ਪੀੜੀ ਥੱਲੇ ਸੋਟਾਂ ਮਾਰੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਧੱਕੇਸ਼ਾਹੀਆਂ ਬਰਦਾਸ਼ਤ ਕਰਨ ਵਾਸਤੇ ਹੁਣ ਹੋਰ ਲੋਕ ਜਿਹੜੇ ਹੈਗੇ ਜਿਹੜਾ ਸਮਾਂ ਜਿਹੜਾ ਹੈਗਾ ਆਪਣਾ ਖਰਾਬ ਨਹੀਂ ਕਰਨਗੇ। ਕਿ ਆਮ ਬੰਦੇ ਦੇ ਜੇਬ ਚੋਂ 10-15 ਗ੍ਰਾਮ ਅਫੀਮ ਵੀ ਮਿਲ ਜਾਏ, ਭੁੱਕੀ ਮਿਲ ਜਾਏ, ਚੂਰਾ ਮਿਲ ਜਾਏ ਤੇ 10 ਸਾਲ ਕਿਆ 8 ਸਾਲ 5 ਸਾਲ ਤੋਂ ਪਹਿਲਾਂ ਕੋਈ ਜ਼ਮਾਨਤ ਨਹੀਂ ਕਰਦਾ। ਪੰਜਾਬ ਦੀ ਕੈਬਨਿਟ ਵਿੱਚ ਇਹਨੂੰ ਪ੍ਰੋਟੈਕਸ਼ਨ ਨਾ ਹੋਵੇ ਇੱਕ ਦਿਨ ਵੀ ਡਰੱਗ ਨਹੀਂ ਚੱਲ ਸਕਦਾ। ਜੇ ਅੱਜ ਵੀ ਡਰੱਗ ਵਿਕ ਰਹੇ ਨੇ ਤਾਂ ਸਮਝ ਲਓ ਕਿ ਕੈਬਨਿਟ ਦੇ ਵਿੱਚ ਕੋਈ ਇਹੋ ਜਿਹੇ ਬੰਦੇ ਜਿਹੜੇ ਪ੍ਰੋਟੈਕਸ਼ਨ ਦੇ ਰਹੇ ਹੋ ਪੈਸਾ ਇਕੱਠੇ ਕਰ ਰਹੇ। ਜਿਹੜਾ ਲੋਕਲ 1 ਰੁਪਏ ਦਾ ਹੈ ਜਦੋਂ ਤੁਸੀਂ ਉਹਨੂੰ ਬਣਾ ਦਿਓ ਡਰੱਗ 1 ਲੱਖ ਦਾ ਬਣ ਜਾਂਦਾ, ਬਾਹਰ ਜਾ ਕੇ 10 ਲੱਖ ਦਾ ਹੋ ਜਾਂਦਾ। ਜੁਰਮ ਜਦੋਂ ਹੁੰਦਾ ਹੈ ਜਦੋਂ ਕਿਸੇ ਤੁਸੀਂ ਕ੍ਰਿਮੀਨਲ ਪਕੜਦੇ ਹੋ ਸਭ ਤੋਂ ਚੀਜ਼ਾਂ ਉਹਨੂੰ ਹੀ ਪਤਾ ਹੁੰਦਾ ਉਹਨੇ ਕਿਵੇਂ ਕੀਤਾ, ਪੁਲਿਸ ਨੂੰ ਨਹੀਂ ਪਤਾ ਹੁੰਦਾ। ਬਹੁਤ ਔਖਾ ਹੁੰਦਾ ਜਦੋਂ ਉਹਨੂੰ ਡਰਾ ਧਮਕਾ ਕੇ ਤੁਸੀਂ ਉਹ ਤੋਂ ਕਢਾਉਂਦੇ ਹੋ ਉਹਨੂੰ ਕਹਿੰਦੇ ਆਪਾਂ ਪੁਲਿਸ ਰਿਮਾਂਡ, ਪੁਲਿਸ ਇੰਟਰੋਗੇਸ਼ਨ। ਆਪਾਂ ਕਦੇ ਖਾੜਕੂ ਅੱਜ ਦੇਖਿਆ ਸੀ, ਆਪਾਂ ਗੈਂਗਸਟਰ ਦਾ ਉਰਾ ਵੀ ਦੇਖਿਆ, ਗੈਂਗਸਟਰ ਪੈਦਾ ਹੁੰਦੇ ਵੀ ਦੇਖਿਆ, ਗੈਂਗਸਟਰ ਨੂੰ ਖਤਮ ਹੁੰਦੇ ਵੀ ਦੇਖੇ। ਗੈਂਗਸਟਰ ਨੂੰ ਪ੍ਰੋਟੈਕਟ ਕਿਹਨੇ ਕੀਤਾ ਹੈ ਇਹ ਕਾਫੀ ਹੱਦ ਤੱਕ ਲੋਕਾਂ ਨੂੰ ਪਤਾ ਹੈ। ਇਹ ਕੋਈ ਡਿਵਾਈਨ ਕੋਈ ਰੱਬ ਨਹੀਂ ਇੱਥੇ ਡਰੱਗ ਦੀ ਬਰਸਾਤ ਕਰ ਰਿਹਾ ਕਿ ਇੱਥੇ ਡਰੱਗ ਲੋਕਾਂ ਨੂੰ ਪੈ ਗਏ। ਨਾਲ ਤੁਸੀਂ ਜਾਂਦੇ ਹੋ ਆਗਰਾ, ਉੱਥੇ ਆਰਾਮ ਨਾਲ ਪੁੜੀ ਮਿਲਦੀ 10 ਰੁਪਏ ਦੀ, ਉੱਥੇ ਕੋਈ ਲੋਕੀ ਮਰ ਨਹੀਂ ਰਹੇ ਡਰੱਗ ਨਾਲ। ਅਫੀਮ ਦੀ ਪੁੜੀ 10 ਰੁਪਏ ਦੀ ਮਿਲਦੀ ਹੈ। ਇਸ ਪ੍ਰੈਸ ਕਾਨਫਰੰਸ ਰਾਹੀਂ ਆਪ ਸਭ ਮੀਡੀਆ ਅਤੇ ਪੰਜਾਬ ਵਾਸੀਆਂ ਨੂੰ ਸਬੂਤਾਂ ਸਮੇਤ ਇਹ ਜਾਣਕਾਰੀ ਮੁਹੱਈਆ ਕੀਤੀ ਜਾਂਦੀ ਹੈ ਕਿ ਕਿਵੇਂ ਬਿਕਰਮ ਸਿੰਘ ਮਜੀਠੀਆ ਨੂੰ ਸਰੈਂਡਰ ਕਰਨ ਵਾਲੇ ਦਿਨ ਤੋਂ ਜ਼ਮਾਨਤ ਮਿਲਣ ਤੱਕ DGP ਦਫ਼ਤਰ ਅਤੇ ਸਰਕਾਰ ਨੇ ਇਸ ਜ਼ਮਾਨਤ ਦੀ ਸਫਲਤਾ ਲਈ ਪੱਬਾਂ ਪਾਰ ਹੋ ਕੇ ਮਦਦ ਕੀਤੀ ਹੈ ਤੇ ਕਿਵੇਂ ਹਾਈ ਕੋਰਟ ਨੇ ਕੇਸ ਫਾਈਲ ਵਿੱਚ ਮੌਜੂਦ ਸਾਰੇ ਸਬੂਤਾਂ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਇਹ ਜ਼ਮਾਨਤ ਹੀ ਪ੍ਰਵਾਨ ਨਹੀਂ ਕੀਤੀ ਸਗੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਅਜਿਹੀਆਂ ਟਿੱਪਣੀਆਂ ਵੀ ਕੀਤੀਆਂ ਜਿਸ ਨਾਲ ਕਿ ਇਹ ਕੇਸ ਹੇਠਲੀ ਅਦਾਲਤ ਵਿੱਚ ਵੀ ਕਮਜ਼ੋਰ ਹੋ ਜਾਵੇ। ਅਤੇ ਅਜਿਹਾ ਪਹਿਲੀ ਵਾਰੀ ਨਹੀਂ ਕੀਤਾ ਗਿਆ ਸਗੋਂ ਇਹ ਇੱਕ ਆਮ ਵਰਤਾਰਾ ਹੈ ਜੋ ਕਿ ਬੇਅਦਬੀਆਂ ਵਾਲੇ ਕੇਸ ਸਮੇਤ ਸੈਣੀ ਵਾਲੇ ਕੇਸ ਅਤੇ ਹਾਈ ਕੋਰਟ ਦੀ ਜੱਜ ਸਬੀਨਾ ਦੀ ਧੀ ਕਲਿਆਣੀ ਵਾਲੇ ਕੇਸ ਤੋਂ ਇਲਾਵਾ ਹੋਰ ਵੀ ਬਹੁਤ ਕੇਸਾਂ ਵਿੱਚ ਕੀਤਾ ਗਿਆ ਹੈ ਜੋ ਕਿ ਬਹੁਤ ਨਿੰਦਾਯੋਗ ਹੈ ਕਿਉਂਕਿ ਹਾਈ ਕੋਰਟ ਵਿੱਚ ਬੈਠੇ ਇਹਨਾਂ ਅਖੌਤੀ ਮਾਈਲਾਡਾਂ ਦੀ ਕੋਈ ਜਵਾਬਦੇਹੀ ਹੈ ਹੀ ਨਹੀਂ ਕਿਉਂਕਿ ਆਪਣੇ ਵਿਵੇਕ ਨਾਲ ਫੈਸਲੇ ਕਰਨ ਦਾ ਜਨਮ ਸਿੱਧ ਅਧਿਕਾਰ ਇਹਨਾਂ ਕੋਲ ਮੌਜੂਦ ਹੈ ਪਰ ਵਿਵੇਕ ਨਾਮ ਦੀ ਕੋਈ ਚੀਜ਼ ਇਹਨਾਂ ਦੇ ਅੰਤਰਾਤਮਾ ਦੇ ਨੇੜੇ ਤੇੜੇ ਵੀ ਨਹੀਂ ਟੁਕਦੀ। ਅਸੀਂ ਅੱਜ ਆਪ ਦੇ ਧਿਆਨ ਵਿੱਚ DGP ਹਰਪ੍ਰੀਤ ਸਿੰਘ ਸੰਧੂ ਵੱਲੋਂ ਮਿਤੀ 8/3/22 ਨੂੰ ਦਫ਼ਤਰ ਨੰਬਰ 99 PA ADGP STF ਡੇਟਡ 8/3/22 ਰਾਹੀਂ DGP ਉਦੋਂ ਦੇ DGP ਭਾਵਰਾ ਨੂੰ ਲਿਖਿਆ ਗਿਆ ਇਹ ਪੱਤਰ ਲਿਆਉਣਾ ਚਾਹੁੰਦੇ ਹਾਂ ਜਿਸ ਵਿੱਚ ਉਹਨਾਂ ਨੇ ਮਜੀਠੀਏ ਦਾ ਰਿਮਾਂਡ ਨਾ ਲੈਣ ਬਾਰੇ ਸਿੱਟ ਦੀ ਕਾਰਗੁਜ਼ਾਰੀ ਤੇ ਅਨੇਕਾਂ ਸਵਾਲ ਖੜੇ ਕਰਦਿਆਂ ਭਾਵਰਾ ਨੂੰ ਉਹਨਾਂ ਦੀ ਖੁਦ ਦੀ ਇਸ ਵਿੱਚ ਸ਼ਮੂਲੀਅਤ ਬਾਰੇ ਬਿਲਕੁਲ ਸਾਫ਼ ਤੌਰ ਤੇ ਲਿਖਿਆ ਹੈ ਕਿ ਕਿਵੇਂ ਹਰਪ੍ਰੀਤ ਸਿੰਘ ਸਿੱਧੂ ਨੂੰ ਇਸ ਕੇਸ ਦਾ ਮਦਈ ਹੋਣ ਦੇ ਬਾਵਜੂਦ ਵੀ ਜਾਂਚ ਤੋਂ ਪਾਸੇ ਰੱਖਿਆ ਗਿਆ ਤੇ ਉਹਨਾਂ ਵੱਲੋਂ ਖੁਦ ਪੇਸ਼ਕਸ਼ ਕਰਕੇ ਦਿੱਤੇ ਜਾਣ ਵਾਲੇ ਜ਼ਰੂਰੀ ਦਸਤਾਵੇਜ਼ਾਂ ਨੂੰ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਭਾਵੇਂ ਇਸ ਪੱਤਰ ਰਾਹੀਂ ਸਿੱਟ ਦੇ ਜਾਂਚ ਦੇ ਸਾਰੇ ਪਹਿਲੂਆਂ ਬਾਰੇ ਸਿੱਧੂ ਸਾਹਿਬ ਨੇ ਸਵਾਲ ਤਾਂ ਖੜੇ ਕੀਤੇ ਹੀ ਹਨ ਪਰ ਉਹਨਾਂ ਵੱਲੋਂ ਇਸ ਸਭ ਦਾ ਜ਼ਿੰਮੇਵਾਰ ਸਿੱਧੇ ਤੌਰ ਤੇ DGP ਭਾਵਰਾ ਨੂੰ ਬਣਾਇਆ ਗਿਆ ਹੈ ਜੋ ਕਿ ਘੋਰ ਨਿੰਦਣਯੋਗ ਤਾਂ ਹੈ ਹੀ ਪਰ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਇੱਕ ਹੇਠਲੇ ਰੈਂਕ ਦੇ ਅਫਸਰ ਨੇ ਏਡੀ ਜੁਰਤ ਵਿਖਾਉਂਦਿਆਂ ਇਹ ਲਾਮਿਸਾਲ ਕਾਰਨਾਮਾ ਕੀਤਾ ਹੈ ਕਿ ਜੋ ਹਰਪ੍ਰੀਤ ਸਿੱਧੂ ਵਰਗਾ ਅਫਸਰ ਹੀ ਕਰ ਸਕਦਾ ਹੈ ਕਿਉਂਕਿ ਬਹੁਤ ਦੇਰ ਤੋਂ ਇਸ ਮਹਿਕਮਿਆਂ ਤੇ ਹਿਟਲਰਾਂ ਬੁਜ਼ਦਲਾਂ ਬੇਈਮਾਨਾਂ ਤੇ ਵਪਾਰੀਆਂ ਦਾ ਕਬਜ਼ਾ ਹੈ ਜਿਸ ਨਾਲ ਅੱਜ ਪੁਲਿਸ ਮਹਿਕਮੇ ਦੀ ਸਾਖ ਮਿੱਟੀ ਵਿੱਚ ਰੁਲ ਚੁੱਕੀ ਹੈ ਤੇ ਅਫਸਰਸ਼ਾਹਾਂ ਮਾਈਲਾਡਾਂ ਅਤੇ ਸਿਆਸੀ ਗਿਰਜਾਂ ਦੀ ਗੁਲਾਮੀ ਅਤੇ ਇਹਨਾਂ ਲੋਕਾਂ ਦੀਆਂ ਜੁੱਤੀਆਂ ਵਿੱਚ ਪਾਣੀ ਪੀਣ ਤੋਂ ਇਲਾਵਾ ਅੱਜ ਦੇ ਦਿਨ ਤੱਕ ਇਸ ਮਹਿਕਮੇ ਦੀ ਕੋਈ ਹੋਰ ਪ੍ਰਾਪਤੀ ਨਹੀਂ ਹੈ। ਹੁਣ ਗੱਲ ਹਾਈ ਕੋਰਟ ਦੀ ਕਰੀਏ ਤਾਂ ਇੱਕ ਬੈਂਚ ਵੱਲੋਂ ਪਹਿਲਾਂ ਇਸ ਕੇਸ ਦੀ ਸਾਰੀ ਸੁਣਵਾਈ ਕਰਨ ਤੋਂ ਬਾਅਦ ਅਖੀਰਲੇ ਦਿਨ ਕੇਸ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਫਿਰ ਦੂਜੇ ਬੈਂਚ ਨੇ ਕਾਫੀ ਦਿਨ ਫੈਸਲਾ ਰਾਖਵਾਂ ਰੱਖ ਕੇ ਪਤਾ ਨਹੀਂ ਕਿਹੜੇ ਪੰਡਤ ਤੋਂ ਪੁੱਛ ਕੇ ਫੈਸਲੇ ਵਾਲਾ ਦਿਨ ਚੁਣਿਆ ਤੇ ਸਾਹਮਣੇ ਪਈ ਸਬੂਤਾਂ ਦੀ ਪੰਡ ਤੋਂ ਅੱਖਾਂ ਬੰਦ ਕਰਕੇ ਮਜੀਠੀਆ ਨੂੰ ਘਰ ਦਾ ਰਸਤਾ ਵਿਖਾ ਦਿੱਤਾ ਜਦੋਂ ਕਿ ਮਰਹੂਮ ਜਸਟਿਸ ਅਜੀਤ ਸਿੰਘ ਬੈਂਸ ਦੀ ਰਿਪੋਰਟ ਜਿਸ ਵਿੱਚ DGP ਸੁਰੇਸ਼ ਅਰੋੜੇ ਦੀ ਡਰੱਗ ਕੇਸ ਵਿੱਚ ਸ਼ਮੂਲੀਅਤ ਬਾਰੇ ਇੱਥੋਂ ਤੱਕ ਲਿਖਿਆ ਗਿਆ ਸੀ ਕਿ ਇਹ DGP ਬਿਹਾਈਂਡ ਦੀ ਬਾਰ ਹੋਣਾ ਚਾਹੀਦਾ ਹੈ ਅਤੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਵੱਲੋਂ ਇਕੱਠੇ ਕੀਤੇ ਨੰਗੇ ਚਿੱਟੇ ਸਬੂਤ ਜਿਸ ਵਿੱਚ ਮਜੀਠੀਆ ਤੇ ਬਾਦਲ ਪਰਿਵਾਰ ਦੀ ਹਜ਼ਾਰਾਂ ਕਰੋੜਾਂ ਦੀ ਨਾਮੀ ਤੇ ਬੇਨਾਮੀ ਜਾਇਦਾਦ ਅਤੇ ਉਸ ਵਿੱਚ ਸੱਤੇ ਪਿੰਦੇ ਤੇ ਔਲਖ ਨਾਲ ਡਰੱਗ ਧੰਦੇ ਵਿੱਚ ਪਾਰਟਨਰਸ਼ਿਪ ਬਾਰੇ ਢੇਰਾਂ ਸਬੂਤ ਨੱਥੀ ਕੀਤੇ ਹੋਏ ਹਨ ਅਤੇ ਕੁੰਵਰ ਵਿਜੇ ਪ੍ਰਤਾਪ ਦੇ IG ਹੁੰਦਿਆਂ ਮਜੀਠੀਆ ਦੀ ਗੈਂਗਸਟਰਾਂ ਨਾਲ ਮਿਲੀ ਭੁਗਤ ਅਤੇ ਜੱਗੂ ਭਗਵਾਨਪੁਰੀ ਵਰਗਿਆਂ ਨੂੰ ਕਿਵੇਂ ਗੈਂਗਸਟਰ ਬਣਾਇਆ ਗਿਆ ਤਾਂ ਜੋ ਡਰੱਗ ਦਾ ਧੰਦਾ ਚਲਾਇਆ ਜਾ ਸਕੇ ਉਹ ਵੀ ਇਸ ਕੇਸ ਫਾਈਲ ਦਾ ਹਿੱਸਾ ਸੀ ਜਿਸ ਬਾਰੇ ਕੋਈ ਟਿੱਪਣੀ ਤੱਕ ਅਦਾਲਤ ਵੱਲੋਂ ਨਹੀਂ ਕੀਤੀ ਗਈ ਸਗੋਂ ਸਬੂਤਾਂ ਦੀ ਘਾਟ ਨੂੰ ਜ਼ਮਾਨਤ ਦੀ ਵਜ੍ਹਾ ਬਣਾ ਕੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾਇਆ ਗਿਆ ਹੈ ਤੇ ਜੇ ਕਾਨੂੰਨ ਇਹਨਾਂ ਮਾਈਲਾਡਾਂ ਵਾਸਤੇ ਵੀ ਬਰਾਬਰ ਹੈ
ਤਾਂ ਇਸ ਬੈਂਚ ਦੇ ਖਿਲਾਫ ਫੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਪੰਜਾਬੀ ਦੀ ਜਵਾਨੀ ਦਾ ਕਾਤਲ ਅੱਜ ਹਾਈ ਕੋਰਟ ਦੀ ਮਿਹਰਬਾਨੀ ਕਰਕੇ ਖੁੱਲ੍ਹਾ ਆਮ ਘੁੰਮ ਕੇ ਸ਼ਰੇਆਮ ਦਹਾੜਦਾ ਫਿਰ ਰਿਹਾ ਹੈ। ਤੇ ਅਖੀਰ ਵਿੱਚ ਐਡਵੋਕੇਟ ਜਨਰਲ ਵਿਨੋਦ ਘਈ ਦੇ ਦਫ਼ਤਰ ਦੀ ਕਾਰਗੁਜ਼ਾਰੀ, ਜੋ ਕਿ ਸਰਕਾਰ ਨੂੰ ਸਿੱਧਾ ਦੋਸ਼ੀ ਬਣਾਉਂਦੀ ਹੈ ਕਿ ਉੱਪਰ ਲਿਖੇ ਸਾਰੇ ਤੱਥਾਂ ਨੂੰ ਹਾਈ ਕੋਰਟ ਦੇ ਸਾਹਮਣੇ ਕਿਉਂ ਨਹੀਂ ਪੇਸ਼ ਕੀਤਾ ਗਿਆ ਅਤੇ ਹਰਪ੍ਰੀਤ ਸਿੱਧੂ ਦੀ ਉੱਪਰ ਦੱਸੀ ਚਿੱਠੀ ਤੇ ਕੋਈ ਕਾਰਵਾਈ ਅੱਜ ਤੱਕ ਕਿਉਂ ਨਹੀਂ ਕੀਤੀ ਗਈ, ਸਗੋਂ ਉਸ ਤੋਂ ਕਿੰਨੀ ਦੇਰ ਬਾਅਦ ਤੱਕ ਡੀਜੀਪੀ ਭਾਵਰੇ ਨੂੰ ਕੁਰਸੀ ਤੇ ਬਿਠਾਈ ਰੱਖਿਆ ਗਿਆ, ਕਿਉਂਕਿ ਇਸ ਪੱਤਰ ਦੀ ਇੱਕ ਕਾਪੀ ਪੱਥਰ ਲਿਖੇ ਜਾਣ ਵੇਲੇ ਵੀ ਸਰਕਾਰ ਨੂੰ ਭੇਜ ਦਿੱਤੀ ਗਈ ਸੀ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ। ਤੋਂ ਹੁਣ ਇਸ ਗੱਲ ਖਤਮ ਕਰਨ ਤੋਂ ਪਹਿਲਾਂ ਦੋ ਚੀਜ਼ਾਂ ਨਾਲ ਇਸ ਗੱਲ ਨੂੰ ਪੂਰੀ ਕਰਾਂਗੇ ਕਿ ਇੱਕ ਤਾਂ ਜਿਹੜੀ ਹੈਗੀ ਹੈ ਇਹ ਸਿੱਧਾ ਹਾਈ ਕੋਰਟ ਦੀ ਜਿਹੜੀ ਇਹ ਕਾਰਵਾਈ ਹੈ ਇਹਨੂੰ ਅਸੀਂ ਚੈਲੰਜ ਕਰਦੇ ਹਾਂ। ਹਾਈ ਕੋਰਟ ਨੇ ਬਿਲਕੁਲ ਗਲਤ ਕੀਤਾ ਹੈ, ਗੈਰ ਸੰਵਿਧਾਨਕ ਕੀਤਾ ਹੈ। ਦੂਸਰਿਆਂ ਨੂੰ ਗੈਰ ਸੰਵਿਧਾਨਕ ਕਹਿਣਾ ਠੀਕ ਹੁੰਦਾ, ਇਹਨਾਂ ਨੂੰ ਕੋਈ ਕਹੇ ਤਾਂ ਬੜੀ ਤਕਲੀਫ ਹੁੰਦੀ ਹੈ। ਤਾਂ ਹਾਈ ਕੋਰਟ ਜਿਹੜੀ ਹੈ ਇਸ ਦੀ ਜਵਾਬਦੇਹੀ ਦੇਵੇ, ਹੋਰ ਵੀ ਉੱਚੀ ਆਵਾਜ਼ ਤੱਕ ਉਠਾ ਕੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਕਲਿਆਣੀ ਵਾਲੇ ਕੇਸ ਨੂੰ ਵੀ ਚੱਕਿਆ ਜਾਊਗਾ। ਹੋਰ ਵੀ ਜਿਹੜੇ ਕੇਸ ਆਉਣ ਵਾਲੇ ਦਿਨਾਂ ਵਿੱਚ ਆਉਣਗੇ ਉਹਨਾਂ ਤੇ ਜੇ ਧਿਆਨ ਨਹੀਂ ਕਰਨਗੇ ਤੇ ਇਹ ਆਵਾਜ਼ਾਂ ਵੱਡੀਆਂ ਹੁੰਦੀਆਂ ਜਾਣਗੀਆਂ। ਇਹ ਗੱਲ ਤਾਂ ਜੁਡੀਸ਼ਰੀ ਨਾਲ ਹੈ। ਤੇ ਦੂਸਰੀ ਗੱਲ ਹੈ ਪੁਲਿਸ ਮਹਿਕਮੇ ਤੱਕ। ਡੀਜੀਪੀ ਆਫਿਸਰ ਜਿਹੜੇ ਹੁਣ ਗੌਰਵ ਯਾਦਵ ਡੀਜੀਪੀ ਨੇ, ਉਹਨਾਂ ਨੂੰ ਵੀ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਇਹ ਲੈਟਰ ਜਿਹੜੀ ਹੈਗੀ ਹੈ ਉਹਨਾਂ ਦੇ ਆਫਿਸ ਵਿੱਚ ਵੀ ਪਈ ਹੈ ਤੇ ਉਹਨਾਂ ਨੇ ਹੁਣ ਤੱਕ ਇਹਦੇ ਤੇ ਕੀ ਕਾਰਵਾਈ ਕੀਤੀ ਹੈ। ਤੇ ਇਸੇ ਲੈਟਰ ਦੀ ਜਿਹੜੀ ਕਾਪੀ ਹੈਗੀ ਹੈ ਸਰਕਾਰ ਨੂੰ ਗਈ ਹੋਈ ਹੈ, ਉਹ ਉਦੋਂ ਦੇ ਜਿਹੜੇ ACS ਨੂੰ, ਉਹ ਇਹਦਾ ਮਤਲਬ ਸਰਕਾਰ ਦੀ ਨੌਲੇਜ ਵਿੱਚ ਹੈ। ਅੱਜ ਸਰਕਾਰ ਜਿਹੜੀ ਹੈਗੀ ਇਹਦੇ ਤੇ ਕੀ ਕਾਰਵਾਈ ਕਰਨੀ ਹੈ। ਇਹਦੇ ਵਿੱਚ ਚਾਹੀਦਾ ਇਹ ਹੈ ਕਿ ਜਿਹੜਾ DGP ਭਾਵਰਾ ਹੈ ਉਹਨੂੰ ਬਿਲਕੁਲ ਇਸ ਚਿੱਠੀ ਦੇ ਬਿਹਾਫ ਤੇ ਕੇਸ ਰਜਿਸਟਰ ਕਰਕੇ ਮੁਲਜ਼ਮ ਬਣਾਇਆ ਜਾਣਾ ਚਾਹੀਦਾ ਔਰ ਉਹਦਾ ਰਿਮਾਂਡ ਲੈ ਕੇ ਪੁੱਛਿਆ ਜਾਣਾ ਚਾਹੀਦਾ ਕਿ ਇਹਨਾਂ ਨੇ ਇਹ ਕੀਤਾ ਕੀ ਹੈ, ਜਿਹੜਾ ਐਡਾ ਵੱਡਾ ਪੰਜਾਬ ਦੀ ਜਵਾਨੀ ਦਾ ਕਾਤਲ ਜਿਹੜਾ ਸੀਗਾ, ਇੱਕ ਮੁਲਜ਼ਮ ਸੀਗਾ, ਉਹਨੂੰ ਜ਼ਮਾਨਤ ਦੇਣ ਵਾਸਤੇ ਕਿੱਥੋਂ ਪੱਬਾ ਭਰ ਤੁਸੀਂ ਹੋਏ ਹੋ। ਤਾਂ ਸੋ ਇਹ ਦੋ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਪੁਲਿਸ ਡਿਪਾਰਟਮੈਂਟ ਤੋਂ ਵੀ ਪੁੱਛੀਆਂ ਜਾਣਗੀਆਂ, ਸਰਕਾਰ ਵੀ ਜਵਾਬਦੇਹ ਹੈਗੀ ਹੈ। ਤੇ ਹਾਈ ਕੋਰਟ ਜਿਹੜੀ ਹੈ ਮਿਹਰਬਾਨੀ ਕਰੇ ਆਪਣੀ ਪੀੜੀ ਥੱਲੇ ਸੋਟਾਂ ਮਾਰੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਧੱਕੇਸ਼ਾਹੀਆਂ ਬਰਦਾਸ਼ਤ ਕਰਨ ਵਾਸਤੇ। ਹੁਣ ਹੋਰ ਲੋਕ ਜਿਹੜੇ ਹੈਗੇ ਜਿਹੜਾ ਸਮਾਂ ਜਿਹੜਾ ਹੈਗਾ ਆਪਣਾ ਖਰਾਬ ਨਹੀਂ ਕਰਨਗੇ ਤੇ ਸਾਡੇ ਨਾਲ ਰਾਜਵੀਰ ਸਿੰਘ ਬੈਂਸ ਵਰਗੇ ਲੋਕਾਂ ਦਾ ਜੇ ਆਸ਼ੀਰਵਾਦ ਹੈ ਤਾਂ ਅਸੀਂ ਬਿਲਕੁਲ ਇਸ ਸਾਰੇ ਕਲੇਮ ਨੂੰ ਮੈਂ ਇਕੱਲੇ ਆਪਣੇ ਤੌਰ ਤੇ ਲੈਣਾ। ਮੈਂ ਇਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਮਤਲਬ ਬੈਂਸ ਸਾਹਿਬ ਨੇ ਬੇਸ਼ੱਕ ਬਹੁਤ ਤਫਸੀਲ ਵਿੱਚ ਗੱਲ ਕੀਤੀ ਹੈ, ਪਰ ਜੇ ਕੋਈ ਕਾਰਵਾਈ ਕਰਨੀ ਬਣਦੀ ਹੈ, ਜੇ ਕੋਈ ਕੰਟੈਂਪਟ ਆਫ ਕੋਰਟ ਹੈ ਤਾਂ ਉਹਦੇ ਵਾਸਤੇ ਮੈਂ ਆਪਣੇ ਆਪ ਨੂੰ ਪੇਸ਼ ਕਰਦਾ। ਆਉਣ ਵਾਲੇ ਸਮੇਂ ਜਿਸ ਤਰ੍ਹਾਂ ਦਾ ਵੀ ਕੋਈ ਇਹਨਾਂ ਦੇ ਕਾਰਵਾਈ ਕਰਨੀ ਹੈ, ਬੁਲਾਉਣਾ ਹੈ ਤਾਂ ਬੁਲਾਉਣ, ਨਹੀਂ ਤਾਂ ਜਿਸ ਦਿਨ ਆਸ਼ੂ ਦੀ ਜ਼ਮਾਨਤ ਲੱਗੂਗੀ ਉਹਦੇ ਵਿੱਚ ਮੈਂ ਵਿਟਨੈਸ ਦੇ ਤੌਰ ਤੇ ਪੇਸ਼ ਹੋ ਸਕਦਾ। ਮੈਂ ਜਿਹੜਾ ਵੀ ਮਾਈਲਾਡ ਹੋਊਗਾ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਬਹੁਤ ਸਵਾਲ ਕਰੂੰਗਾ। ਇਸ ਗੱਲ ਨੂੰ ਯਾਦ ਰੱਖਣ। ਬਹੁਤ ਬਹੁਤ ਧੰਨਵਾਦ। ਲੋਕਾਂ ਨੇ ਪ੍ਰੋਟੈਸਟ ਕੀਤੀ, ਲੋਕਾਂ ਨੇ ਸਬੂਤ ਇਕੱਠੇ ਕੀਤੇ ਔਰ ਜ਼ਮਾਨਤ ਕੌਣ ਦੇ ਰਹੀ ਹੈ? ਹਾਈ ਕੋਰਟ। ਇਹ ਮਜੀਠੀਆ ਦੇ ਕੇਸ ਵਿੱਚ ਹੀ ਹੋਇਆ। ਇਹ ਹੁਣੇ 2 ਦਿਨ ਪਹਿਲਾਂ 3 ਦਿਨ ਪਹਿਲਾਂ ਹਾਈ ਕੋਰਟ ਦੇ ਜੱਜ ਦੀ ਲੜਕੀ ਦੇ ਕੇਸ ਨਾਲ ਵੀ ਹੋਇਆ, ਜਿਹਨੇ ਸ਼ਰੇਆਮ ਮਰਡਰ ਕੀਤਾ ਸੀ। ਇਹ ਉਸ ਤੋਂ ਪਹਿਲਾਂ ਵੀ ਹੋਇਆ, ਬਟ ਬੜੀ ਦੇਰ ਤੱਕ ਜੁਡੀਸ਼ਰੀ ਦਾ ਜਿਹੜਾ ਕੰਡਕਟ ਸੀ ਇਹ ਪਬਲਿਕ ਨੋਟਿਸ ਵਿੱਚ ਨਹੀਂ ਆਇਆ। ਮਗਰ ਜ਼ਰੂਰੀ ਬਹੁਤ ਹੈ ਕਿ ਲੋਕ ਉਸ ਵਿੰਗ ਦੇ ਉੱਤੇ ਵੀ ਆਵਾਜ਼ ਉਠਾਉਣ, ਕਿਉਂਕਿ ਬਿਨਾਂ ਆਵਾਜ਼ ਤੋਂ ਕੋਈ ਰਿਫਾਰਮ ਸ਼ੁਰੂ ਨਹੀਂ ਹੁੰਦਾ, ਕੋਈ ਇੰਪਰੂਵਮੈਂਟ ਸ਼ੁਰੂ ਨਹੀਂ ਹੁੰਦੀ। ਮਜੀਠੀਆ ਦੇ ਕੇਸ ਸਾਨੂੰ ਇਸ ਲਈ ਦੁੱਖ ਹੈ, ਬਟ ਇਹ ਜ਼ਿਆਦਾ ਨਜ਼ਰ, ਸਾਡਾ ਫੋਕਸ ਮਜੀਠੀਆ ਦਾ ਇੰਡੀਵਿਜੂਅਲ ਨਹੀਂ ਹੈ। ਸਾਡਾ ਫੋਕਸ ਸਿਸਟਮ ਆਫ ਗ੍ਰਾਂਟ ਆਫ ਬੇਲ ਹੈ ਕਿ ਆਮ ਬੰਦੇ ਦੇ ਜੇਬ 'ਚੋਂ 10-15 ਗ੍ਰਾਮ ਅਫੀਮ ਵੀ ਮਿਲ ਜਾਏ, ਭੁੱਕੀ ਮਿਲ ਜਾਏ, ਚੂਰਾ ਮਿਲ ਜਾਏ ਤੇ 10 ਸਾਲ ਕਿਆ 8 ਸਾਲ 5 ਸਾਲ ਤੋਂ ਪਹਿਲਾਂ ਕੋਈ ਜ਼ਮਾਨਤ ਨਹੀਂ ਕਰਦਾ। 10 ਸਾਲ ਦੀ ਘੱਟੋ ਘੱਟ ਸਜ਼ਾ ਹੋ ਜਾਂਦੀ ਹੈ, ਸਾਰਾ ਪਰਿਵਾਰ ਰੁਲ ਜਾਂਦਾ ਹੈ। ਔਰ ਜਦੋਂ ਵੱਡੇ ਮਛਲੀਆਂ ਫੜਦੇ, ਕਿਉਂਕਿ ਇਹ ਕਾਨੂੰਨ ਬਣਿਆ ਸੀ ਆਮ ਬੰਦੇ ਨੂੰ ਪਕੜਨ ਨਹੀਂ ਸੀ ਬਣਿਆ। ਨਾਰਕੋਟਿਕਸ ਐਕਟ ਦਾ ਤੁਸੀਂ ਆਬਜੈਕਟ ਦੇਖ ਲਓ, ਇਹ ਵੱਡੇ ਲੋਕ ਜਿਹੜੇ ਚਲਾਉਂਦੇ ਨੇ, ਇੰਟਰਨੈਸ਼ਨਲ ਨਾਰਕੋਟਿਕਸ ਸਮਗਲਰਸ ਤੇ ਆਰਗੇਨਾਈਜ਼ਡ ਕ੍ਰਿਮੀਨਲ ਨੂੰ ਪਕੜਨ ਲਈ ਬਣਿਆ ਗਿਆ ਸੀ। ਇਹ ਆਮ ਅਫੀਮ ਜੀ ਨੂੰ ਪਕੜਨ ਨਹੀਂ ਸੀ ਬਣਿਆ ਗਿਆ। ਮਗਰ ਜਦੋਂ ਤੁਸੀਂ ਇਦਾਂ ਦਾ ਕਾਨੂੰਨ ਬਣਾ ਦਿੰਦੇ ਹੋ, ਫਿਰ ਤੁਸੀਂ ਆਮ ਲੋਕਾਂ ਨੂੰ ਤੰਗ ਕਰਕੇ, ਆਮ ਲੋਕ ਤਾਂ ਹੁਣ ਅਫੀਮ ਵੇਚਣਾ ਬੰਦ ਕਰ ਗਏ। ਫਿਰ ਇੱਕ ਵੱਡੇ ਮਗਰਮੱਛ ਪੈਦਾ ਹੁੰਦੇ ਜਿਹੜੇ ਕਾਨੂੰਨ ਦੇ ਉੱਪਰ ਬੈਠੇ ਹੁੰਦੇ ਨੇ, ਉਹਨਾਂ ਦੇ ਹੱਥ 'ਤੇ ਪੂਰਾ ਆ ਜਾਂਦਾ ਪੂਰੇ ਦੇਸ਼ ਦਾ ਵਪਾਰ। ਉਹ ਕਹਿ ਰਹੇ ਤੁਸੀਂ ਸੁਪਰ ਰਿਚ। ਹਰ ਸਟੇਟ ਵਿੱਚ ਕਿਵੇਂ ਚੱਲੀ ਜਾ ਰਿਹਾ? ਇਹ ਕਿਵੇਂ ਚੱਲੀ ਜਾ ਰਿਹਾ? ਇਹ ਹੋ ਹੀ ਨਹੀਂ ਸਕਦਾ ਜੇ ਪੰਜਾਬ ਦੀ ਕੈਬਨਿਟ ਵਿੱਚ ਇਹਨੂੰ ਪ੍ਰੋਟੈਕਸ਼ਨ ਨਾ ਹੋਵੇ। ਇੱਕ ਦਿਨ ਵੀ ਡਰੱਗ ਨਹੀਂ ਚੱਲ ਸਕਦਾ। ਜੇ ਅੱਜ ਵੀ ਡਰੱਗ ਵਿਕ ਰਹੇ ਨੇ ਤਾਂ ਸਮਝ ਲਓ ਕਿ ਕੈਬਨਿਟ ਵਿੱਚ ਕੋਈ ਇਹੋ ਜਿਹੇ ਬੰਦੇ ਜਿਹੜੇ ਪ੍ਰੋਟੈਕਸ਼ਨ ਦੇ ਰਹੇ, ਉਹ ਪੈਸਾ ਇਕੱਠੇ ਕਰ ਰਹੇ ਨੇ। ਮਜੀਠੀਆ ਦੇ ਖਿਲਾਫ ਰੱਬ ਦੀ ਕਿਰਪਾ ਨਾਲ ਇੰਨੇ ਸਬੂਤ ਆ ਗਏ ਕਿ ਉਹਦੇ ਖਿਲਾਫ ਕੇਸ ਦਰਜ ਕਰਨਾ ਪਿਆ। ਸਾਡੇ ਹੱਥ ਇੱਕ ਉਹ ਚਿੱਠੀ, ਸਾਨੂੰ ਬੜੀ ਹੈਰਾਨੀ ਹੋਈ ਕਿਉਂਕਿ ਇੰਨਾ ਜਦੋਂ ਸਬੂਤ ਇਕੱਠਾ ਹੋ ਜਾਏ, ਜਦੋਂ ਐਂਟੀਸਪੇਟਰੀ ਬੇਲ ਹੋਈ ਤਾਂ ਉਦੋਂ ਬੜੀ ਬਹਿਸ ਹੋਈ। ਤਾਂ ਉਦੋਂ ਉਸ ਵੇਲੇ ਕਿਹਾ ਗਿਆ ਕਿ ਜੀ ਇਹਨਾਂ ਦੀ
इंटेरोगेशन बहुत ज़रूरी है। क्यों ज़रूरी है? क्योंकि ये छोटे मोटे समगलर नहीं है कि जेब विच पा के वंडदे फिरन। ये वो है ਜਿਹੜੇ प्रोटैक्शन ਦਿੰਦੇ ਆ पूरे रैकेट ਨੂੰ। ਜਿਹੜਾ टॉप ਬੰਦਾ ਹੁੰਦਾ ऑर्गेनाइज क्राइम ਦੇ ਚੋਂ प्रोटैक्शन ਦਿੰਦਾ, ਉਹ ਹੱਥ ਨਾਲ ਕੋਈ हैंडल नहीं करता, ਉਹਦੇ कोई पेपर ट्रैक नहीं ਹੁੰਦਾ। ਇੱਥੇ पेपर ट्रैक्स मिल गए। ਇੱਥੇ ਫੈਕਟਰੀਆਂ ਬਣਦੀਆਂ ਸੀ, ਫੈਕਟਰੀਆਂ ਦੇ ਲਾਇਸੈਂਸ ਤੇ ਜਾਂਦੇ ਸੀ, ਫਿਰ ਉਹਨਾਂ ਲਾਇਸੈਂਸ ਨੂੰ ਕੋਟਾ ਮਿਲਦਾ ਸੀ ਕੈਮੀਕਲਸ ਦਾ, ਜਿਸ ਤੋਂ ਆਰਟੀਫਿਸ਼ੀਅਲ ਡੇਂਜਰਸ ਡਰੱਗਸ ਬਣਦੇ ਸੀ। ਫਿਰ ਉਹ ਡਰੱਗਸ ਇਹਦੀ ਪ੍ਰੋਟੈਕਸ਼ਨ ਲਈ ਜਾਂਦੇ ਸੀ ਬਾਹਰ, ਉਹ ਫਿਰ ਬਾਹਰ ਵਿਕਦੇ ਸੀ, ਕਿਉਂਕਿ ਬਾਹਰ ਉਹੀ ਚੀਜ਼ ਦੇ ਰੇਟ ਬਹੁਤ ਵੱਧ ਜਾਂਦਾ। ਜਿਹੜਾ ਲੋਕਲ 1 ਰੁਪਏ ਦਾ ਹੈ, ਜਦੋਂ ਤੁਸੀਂ ਉਹਨੂੰ ਬਣਾ ਦਿਓ ਡਰੱਗ 1 ਲੱਖ ਦਾ ਬਣ ਜਾਂਦਾ, ਬਾਹਰ ਜਾ ਕੇ 10 ਲੱਖ ਦਾ ਹੋ ਜਾਂਦਾ। ਇੰਨਾ ਪ੍ਰੋਫਿਟ ਕਿਹੜੇ ਵਪਾਰ ਵਿੱਚ ਹੈ ਕਿ 1 ਰੁਪਏ ਦੀ ਚੀਜ਼ ਨੂੰ ਤੁਸੀਂ 1 ਲੱਖ ਦੀ ਬਣਾ ਸਕੋ, 10 ਲੱਖ ਦੀ ਬਣਾ ਸਕੋ। ਔਰ ਜਦੋਂ ਸਬੂਤ ਆ ਗਏ, ਔਰ ਹੁਣ ਤੁਹਾਨੂੰ ਮੈਂ ਚਿੱਠੀ ਪੜ੍ਹਾ ਰਿਹਾ, ਕੌਣ ਲਿਖ ਰਿਹਾ? ਹਰਪ੍ਰੀਤ ਸਿੰਘ ਸਿੱਧੂ, IPS ਸਾਰੇ ਜਾਣਦੇ ਨੇ। ਜੇ ਪੰਜਾਬ ਦੇ ਕੁਝ ਇਮਾਨਦਾਰ ਪੁਲਿਸ ਅਫਸਰਾਂ ਉੱਤੇ ਤੁਸੀਂ ਫਖਰ ਕਰ ਸਕਦੇ ਹੋ ਤਾਂ ਇਹ ਉਹਨਾਂ ਵਿੱਚੋਂ ਇੱਕ ਨੇ। ਇਹਨਾਂ ਦੇ ਕਹਿਣ 'ਤੇ ਜਾਂ ਇਹਨਾਂ ਦੇ ਸਿਗਨੇਚਰ ਥੱਲੇ FIR ਦਰਜ ਹੋਇਆ ਸੀ। ਇਹ ਲਿਖ ਰਹੇ ਨੇ ਆਪਣੇ DGP ਨੂੰ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਕਿਵੇਂ ਹੋ ਗਿਆ ਕਿ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਟੀਮ ਨੇ ਕੋਰਟ ਅੱਗੇ ਕਿਹਾ ਕਿ ਸਾਨੂੰ ਇਹਨਾਂ ਨੂੰ ਰਿਮਾਂਡ ਦੀ ਲੋੜ ਨਹੀਂ। ਰਿਮਾਂਡ ਤੁਸੀਂ ਸਮਝਦੇ ਹੋ ਕਿ ਜਦੋਂ ਕਿਸੇ ਨੂੰ ਮੁਜਰਮ ਨੂੰ ਪਕੜਿਆ ਜਾਂਦਾ, ਸਭ ਤੋਂ ਔਖਾ ਪੀਰੀਅਡ ਵੀ ਤਾਂ ਸਭ ਤੋਂ ਪ੍ਰੋਡਕਟਿਵ ਪੀਰੀਅਡ ਵੀ। ਪ੍ਰੋਡਕਟਿਵ ਪੀਰੀਅਡ ਮੀਨਸ ਕਿ ਉਹ ਤੋਂ ਸਬੂਤ ਕਢਾਉਣੇ। ਜੁਰਮ ਜਦੋਂ ਹੁੰਦਾ ਹੈ, ਜਦੋਂ ਕਿਸੇ ਤੁਸੀਂ ਕ੍ਰਿਮੀਨਲ ਨੂੰ ਪਕੜਦੇ ਹੋ, ਸਭ ਤੋਂ ਚੀਜ਼ਾਂ ਉਹਨੂੰ ਹੀ ਪਤਾ ਹੁੰਦਾ ਉਹਨੇ ਕਿਵੇਂ ਕੀਤਾ, ਪੁਲਿਸ ਨੂੰ ਨਹੀਂ ਪਤਾ ਹੁੰਦਾ, ਬਹੁਤ ਔਖਾ ਹੁੰਦਾ। ਜਦੋਂ ਉਹਨੂੰ ਡਰਾ ਧਮਕਾ ਕੇ ਤੁਸੀਂ ਉਹ ਤੋਂ ਕਢਾਉਂਦੇ ਹੋ, ਉਹਨੂੰ ਕਹਿੰਦੇ ਆਪਾਂ ਪੁਲਿਸ ਰਿਮਾਂਡ, ਪੁਲਿਸ ਇੰਟਰੋਗੇਸ਼ਨ। ਜਦੋਂ ਬੰਦਾ ਜੇਲ੍ਹ ਵਿੱਚ ਚਲ ਜਾਂਦਾ, ਉਹਨੂੰ ਆਪਾਂ ਜੁਡੀਸ਼ੀਅਲ ਰਿਮਾਂਡ ਕਹਿੰਦੇ ਹਾਂ। ਜੇਲ੍ਹ ਵਿੱਚ ਤਾਂ ਤੁਹਾਨੂੰ ਲੋਕ ਨਰਕ ਔਰ ਸਵਰਗ ਦਾ ਕਹਿੰਦੇ ਕਿ ਉੱਥੋਂ ਪੁਲਿਸ ਰਿਮਾਂਡ ਤੋਂ ਨਿਕਲ ਕੇ ਜੇਲ੍ਹ ਆ ਗਏ ਤਾਂ ਉਹ ਸਵਰਗ ਹੀ ਹੈ, ਕਿਉਂਕਿ ਉੱਥੇ ਤੁਹਾਨੂੰ ਕੋਈ ਕੁੱਟ ਨਹੀਂ ਸਕਦਾ, ਮਾਰ ਨਹੀਂ ਸਕਦਾ, ਕੁਐਸਚਨ ਨਹੀਂ ਪੁੱਛ ਸਕਦਾ। ਜਿਹੜੇ ਸੁਪਰੀਮ ਕੋਰਟ ਤੱਕ ਤੁਸੀਂ ਕਿਹਾ ਕਿ ਸਾਨੂੰ ਇਹਦੀ ਲੋੜ ਹੈ ਇਹਨੂੰ ਸਵਾਲ ਕਰਨ ਦੀ, ਇਹਦੀ ਪ੍ਰੋਪਰਟੀ ਟਰੇਸ ਕਰਨ ਦੀ, ਇਹਦੀਆਂ ਫੋਟੋਆਂ ਇੰਟਰਨੈਸ਼ਨਲ ਸਮਗਲਰ ਨਾਲ ਕਿਵੇਂ ਆਈਆਂ, ਕਿਵੇਂ ਲੈ ਕੇ ਜਾਂਦਾ ਸੀ, ਕਿਹੜੇ ਹੈਲੀਕਾਪਟਰ ਲੈ ਕੇ ਜਾਂਦਾ ਸੀ, ਇਹ ਸਾਰੇ ਸਵਾਲ ਜਦੋਂ ਪੁੱਛਣ ਦਾ ਟਾਈਮ ਆਇਆ, ਪੁਲਿਸ ਨੇ ਕਹਿ ਦਿੱਤਾ ਕਿ ਲੋੜ ਨਹੀਂ ਹੈ। ਇਹ ਚੀਜ਼ ਤੁਹਾਡਾ DGP ਲਿਖ ਰਿਹਾ, ਦੂਸਰੇ DGP ਨੂੰ, ਜਿਹੜਾ ਹੈਡ ਆਫ ਦਾ ਪੁਲਿਸ। ਉਹ ਚਿੱਠੀ ਖਾ ਪੀ ਗਏ, ਹਾਈ ਕੋਰਟ ਕੋਲ ਰੱਖੀ ਨਹੀਂ ਗਈ। ਦੂਸਰਾ ਡਾਕੂਮੈਂਟ ਜਿਹੜਾ ਹੈਗਾ, ਕੁਮਰ ਵਿਜੇ ਪ੍ਰਤਾਪ, ਜਿੰਨਾ ਚੰਗਾ ਮਾੜਾ ਤੁਸੀਂ ਜਾਣਦੇ ਹੋ, ਬਟ ਵਨ ਆਫ ਦਾ ਇਮਾਨਦਾਰ ਆਫਿਸਰ ਹੀ ਕੁਮਰ ਵਿਜੇ ਪ੍ਰਤਾਪ ਵੀ, ਜਿਹੜਾ ਰਿਜ਼ਾਈਨ ਕਰ ਗਿਆ ਪ੍ਰੋਟੈਕਸਟ ਵਿੱਚ। ਉਹਦੀ ਚਿੱਠੀ ਵੀ ਪਾਰਟ ਆਫ ਦਾ ਇਨਵੈਸਟੀਗੇਸ਼ਨ ਫਾਈਲ ਹੈ। ਸਬਜੈਕਟ ਹੈ ਵਾ ਅਲੈਜਡ ਨੈਕਸਸ ਬਿਟਵੀਨ ਪੰਜਾਬ ਪੋਲੀਟੀਸ਼ੀਅਨ ਐਂਡ ਗੈਂਗਸਟਰਸ। ਆਪਾਂ ਕਦੇ ਖਾੜਕੂਵਾਦ ਦੇਖਿਆ ਸੀ, ਆਪਾਂ ਗੈਂਗਸਟਰ ਦਾ ਉਰਾ ਵੀ ਦੇਖਿਆ, ਗੈਂਗਸਟਰ ਪੈਦਾ ਹੁੰਦੇ ਵੀ ਦੇਖਿਆ, ਗੈਂਗਸਟਰ ਨੂੰ ਖਤਮ ਹੁੰਦੇ ਵੀ ਦੇਖੇ। ਗੈਂਗਸਟਰ ਨੂੰ ਪ੍ਰੋਟੈਕਟ ਕਿਹਨੇ ਕੀਤਾ ਹੈ? ਇਹ ਕਾਫੀ ਹੱਦ ਤੱਕ ਲੋਕਾਂ ਨੂੰ ਪਤਾ ਹੈ ਕਿ ਯੂਥ ਅਕਾਲੀ ਦਲ ਵਿੱਚ ਬਾਹਲੇ ਗੈਂਗਸਟਰ ਪੈਦਾ ਹੋਏ ਸੀ। ਉਹਦਾ ਜਿਹੜਾ ਗੋਡਫਾਦਰ ਸੀ ਮਜੀਠੀਆ ਸੀ। ਔਰ ਇਹ ਕਹਿ ਰਿਹਾ ਕੌਣ? ਅਗੇਨ ਟੌਪ ਪੰਜਾਬ ਪੁਲਿਸ ਆਫਿਸਰ ਸੀਕ੍ਰੇਟ ਰਿਪੋਰਟ ਭੇਜ ਰਿਹਾ, ਮਜੀਠੀਆ ਕਿੱਦਾਂ ਗੈਂਗਸਟਰਾਂ ਨੂੰ ਪ੍ਰੋਟੈਕਸ਼ਨ ਦੇ ਰਿਹਾ ਬਾਈ ਨੇਮ। ਇਹ ਪਾਰਟ ਆਫ ਟੀਮ ਹੈ ਔਰ ਹਾਈ ਕੋਰਟ ਨੂੰ ਦੱਸਿਆ ਨਹੀਂ ਗਿਆ। ਜ਼ਮਾਨਤ ਕਿਵੇਂ ਮਿਲ ਸਕਦੀ ਹੈ ਜਿਹੜਾ ਐਡਾ ਵੱਡਾ ਆਰਗੇਨਾਈਜ਼ਡ ਹੋਵੇ, ਜਿਹੜਾ ਛੋਟੇ ਮੋਟੇ ਤੁਸੀਂ 307 ਦੀ ਜ਼ਮਾਨਤ ਨੂੰ 6-6 8-8 ਮਹੀਨੇ ਸਾਲ ਮਿਲਦੀ ਨਹੀਂ ਹੈਗੀ। ਤੀਸਰਾ ਜਿਹੜਾ ਡਾਕੂਮੈਂਟ ADGP ਪੁਲਿਸ ਕਮ ਸਪੈਸ਼ਲ ਟਾਸਕ ਫੋਰਸ ਨੂੰ ਲਿਖਿਆ ਗਿਆ, ਸੀਜ਼ਰ ਫਰੀਜ਼ਿੰਗ ਐਂਡ ਫੋਰਫੀਚਰ ਆਫ ਪ੍ਰੋਪਰਟੀਜ਼ ਅਕਵਾਇਰਡ ਬਾਈ ਮਿਸਟਰ ਬਿਕਰਮ ਮਜੀਠੀਆ ਐਂਡ ਹਿਸ ਫੈਮਿਲੀ ਮੈਂਬਰ ਫਰੋਮ ਦਾ ਇਲੀਗਲ ਡਰਗ ਟ੍ਰੇਡ। ਇਹਦੇ ਵਿੱਚ ਪੂਰੀਆਂ ਡਿਟੇਲ ਦਿੱਤੀਆਂ ਗਈਆਂ, ਕਿਵੇਂ ਕੰਪਨੀਜ਼ ਬਣਾਉਂਦੀਆਂ ਸੀ, ਕਿਵੇਂ ਕੰਪਨੀਜ਼ ਖਤਮ ਕਰਦਾ ਸੀ, ਕਿੰਨੀਆਂ ਪ੍ਰੋਪਰਟੀਜ਼, ਕਿਵੇਂ ਬਨਾਮੀ ਪ੍ਰੋਪਰਟੀਜ਼ ਹੈ। ਜਦੋਂ ਰੈਵਨਿਊ ਮਿਨਿਸਟਰ ਸੀ, ਇਹਦੇ ਵਾਈਫ ਨੇ ਕਈ ਖਰੀਦੀਆਂ ਇਮੂਵੇਬਲ ਪ੍ਰੋਪਰਟੀ ਰਜਿਸਟਰੀਆਂ ਗੈਪ ਕਰਵਾਤੀਆਂ ਗਈਆਂ, ਉਹਦਾ ਵੀ ਅਲੱਗ FIR ਹੋਇਆ ਸੀ। ਇਹ ਜਾਣਦੇ ਹੋਏ ਕਿ ਰਿਪੋਰਟ ਵਿੱਚ ਇਹ ਵੀ ਪੇਸ਼ ਕੀਤੀ, ਲੋਕਾਂ ਨੇ ਮਿਹਨਤ ਕਰਕੇ ਇਕੱਠੇ ਕੀਤੇ ਤੱਥ, ਇਹ ਵੀ ਹਾਈ ਕੋਰਟ ਕੋਲ ਪੇਸ਼ ਨਹੀਂ ਕੀਤੀ ਗਈ, ਇਸ ਕਰਕੇ ਕੋਈ ਉਹਦਾ ਆਇਆ ਨਹੀਂ। ਔਰ 2018 ਤੋਂ 18 ਦੇ ਵਿੱਚ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਜਿਹੜੇ ਮੇਰੇ ਪਿਤਾ ਜੀ ਸੀ, ਅਜੀਤ ਸਿੰਘ ਬੈਂਸ, ਨੇ ਇੱਕ ਲੰਬੀ ਰਿਪੋਰਟ ਦਿੱਤੀ ਸੀ, ਇਨਫੋਰਮੇਸ਼ਨ ਰਿਗਾਰਡਿੰਗ ਹਸ਼ਾਬਾਬ 6000 ਕਰੋੜ ਦਾ ਡਰਗ ਰੈਕਟ ਨੂੰ ਕਵਰ ਅਪ ਕਿੱਦਾਂ ਕਰ ਰਹੀ ਸਰਕਾਰ। ਔਰ ਇਹ ਲਿਖਿਆ ਗਿਆ ਸੀ ਚੀਫ ਮਿਨਿਸਟਰ ਨੂੰ, ਚੀਫ ਜਸਟਿਸ ਨੂੰ ਵੀ, ਕਿ ਇਹਦਾ ਦੇਖੋ, ਤੁਸੀਂ ਇਹਦਾ ਕੇਸ ਲਿਆ, ਤੁਸੀਂ ਇਹਦਾ ਧਿਆਨ ਕਰੋ, ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰੋ। ਔਰ ਸੂਰਜ ਸੀਕੁਐਂਸ ਆਫ ਇਵੈਂਟਸ ਦਿੱਤੇ ਸੀ।
ਉਸ 'ਤੇ ਕੋਈ FIR ਦਰਜ ਨਹੀਂ ਹੋਇਆ, ਬਟ ਸ਼ੁਕਰ ਹੈ ਇਹ ਉਹਨਾਂ ਨੇ ਰਿਕਾਰਡ ਕਰ ਲਿਆ। ਇਹ ਵੀ ਪਾਰਟ ਆਫ ਦਾ ਇਨਵੈਸਟੀਗੇਸ਼ਨ ਫਾਈਲ ਹੈ ਜਿਹੜੀ ਕਿ ਨਾ ਸੁਪਰੀਮ ਕੋਰਟ ਦਿਖਾਈ ਗਈ ਨਾ ਹਾਈ ਕੋਰਟ ਨੂੰ ਦਿਖਾਈ ਗਈ। ਸੋ ਇਹ ਤੱਤ ਹੈ ਕਿ ਇਸ ਲਈ ਡਰੱਗ ਹੈ ਪੰਜਾਬ ਵਿੱਚ। ਇਹ ਕੋਈ ਡਿਵਾਈਨ ਕੋਈ ਰੱਬ ਨਹੀਂ ਇੱਥੇ ਡਰੱਗ ਦੀ ਬਰਸਾਤ ਕਰ ਰਿਹਾ ਕਿ ਇੱਥੇ ਡਰੱਗ ਲੋਕਾਂ ਨੂੰ ਪੈ ਗਏ। ਨਾਲ ਤੁਸੀਂ ਜਾਣਦੇ ਹੋ ਆਗਰਾ, ਉੱਥੇ ਆਰਾਮ ਨਾਲ ਪੁੜੀ ਮਿਲਦੀ 10 ਰੁਪਏ ਦੀ, ਉੱਥੇ ਕੋਈ ਲੋਕੀ ਮਰ ਨਹੀਂ ਰਹੇ ਡਰੱਗ ਨਾਲ। ਅਫੀਮ ਦੀ ਪੁੜੀ 10 ਰੁਪਏ ਦੀ ਮਿਲਦੀ ਹੈ। ਤਾਜ ਮਹਿਲ ਦੇਖਣ ਜਾਓ ਤਾਂ ਹਰ ਗਲੀ 'ਤੇ ਖੋਆ ਮਿਲਦਾ, ਉੱਥੇ ਆਰਾਮ ਨਾਲ ਲੋਕੀ ਅਫੀਮ ਦੀ ਖਾ ਰਹੇ। ਰਾਜਸਥਾਨ ਚਲੋ ਉੱਥੇ ਕੋਈ ਪ੍ਰੋਬਲਮ ਨਹੀਂ ਆ ਰਹੀ, ਇੱਥੇ ਹੀ ਹੋਣੀ ਹੈ। ਕਿਉਂ ਹੋਣੀ ਹੈ? ਕਿਉਂਕਿ ਤੁਹਾਡੀ ਸਰਕਾਰ ਆਪ ਵੀ ਚਾਹੁੰਦੀ ਹੈ। ਤਾਂ ਇਸ ਤਰ੍ਹਾਂ ਇਹ ਕੰਮ ਚੱਲਦਾ ਹੈ। ਤਾਂ ਇਹਨੂੰ ਇਸੇ ਕਰਕੇ ਜਿਹੜੀ ਆਹ ਸਟੇਜ ਹੈ ਕਿ ਇਹ ਘੱਟੋ ਘੱਟ ਆਪਾਂ ਦੱਸੇ ਕਿ ਇੰਨੇ ਵੱਡੇ ਧਾਂਦਲੇ ਥਰੂ ਜੁਡੀਸ਼ਰੀ ਵੀ ਹੋ ਰਹੇ ਨੇ। ਕਿੰਨੇ ਬੜੇ ਧਾਂਦਲੇ, ਕਿੰਨੀ ਨੈਕਸਸ ਹੈ ਕਿੱਡਾ ਵੱਡਾ। ਹੁਣ ਆਪਾਂ ਇਸ 'ਤੇ ਡਿਪੈਂਡ ਨਹੀਂ ਕਰ ਸਕਦੇ ਇਕੱਲੇ ਪ੍ਰੈਸ 'ਤੇ, ਕਿਉਂਕਿ ਅੱਗੇ ਸੋਚਦੇ ਸੀ ਕਿ ਪ੍ਰੈਸ ਵੀ ਦਸਤਾ ਚੀਜ਼ ਹੋ ਜਾਂਦੀ ਸੀ। ਪ੍ਰੈਸ ਮੋਸਟਲੀ ਇਮਾਨਦਾਰ ਸੀ। ਫਿਫਥ ਸਟੇਜ ਆਏ ਕਿ ਤੁਸੀਂ ਕੇਸ ਕਰਦੇ ਹੋ, ਚੀਜ਼ਾਂ ਠੀਕ ਹੋ ਜਾਂਦੀਆਂ ਸੀ। ਇਹ ਵੀ ਬੜੀ ਦੇਰ, ਬੜੇ ਸਾਲ ਅਸੀਂ ਪਬਲਿਕ ਇੰਟਰਸਟ ਪਟੀਸ਼ਨ ਕਰਦੇ ਸੀ, ਨਾਲ ਦੇ ਨਾਲ 2-4 ਸਾਲ ਚੀਜ਼ਾਂ ਸੁਧਰ ਜਾਂਦੀਆਂ ਸੀ। ਹੁਣ ਹਾਲਾਤ ਹੈਗੇ ਕਿ ਤੁਸੀਂ ਇਕੱਠਾ ਕਰਕੇ ਸਾਰਾ ਸਮਾਨ ਪਹਿਲਾਂ ਪੁਲਿਸ ਨੂੰ ਦੇ ਦਿਓ ਤਾਂ ਕੁਝ ਨਹੀਂ ਹੁੰਦਾ, ਫਿਰ ਉਹ ਸਾਰਾ ਸਮਾਨ ਪੁਲਿਸ ਖਾ ਪੀ ਜਾਂਦੀ ਹੈ। ਉਹ ਵੱਡਾ ਬੜੀ ਮੁਸ਼ਕਿਲ ਨਾਲ ਕੋਈ ਵੱਡਾ ਮਗਰਮੱਛ ਪਕੜਿਆ ਜਾਂਦਾ ਔਰ ਜ਼ਮਾਨਤ ਲੈ ਲੈਂਦਾ। ਔਰ ਇਹ ਕਈ ਕੇਸਾਂ ਵਿੱਚ ਹੋ ਰਿਹਾ, ਇਕੱਲੇ ਕੇਸ ਵਿੱਚ। ਇਸ ਗੱਲ ਨੂੰ ਹਾਈਲਾਈਟ ਕਰਨ ਲਈ ਅਸੀਂ ਬੁਲਾਇਆ।